ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਤੀਜਾ। ਕਾਇਆ ਕਾਮਣ ਅਤਿ ਸੁਆਲਿਓ, ਪਿਰ ਵਸੈ ਜਿਸ ਨਾਲੇ। ਪਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਕਾਇਆ ਕਾਮਣ ਅਤਿ ਸੁਆਲਿਓ, ਪਿਰ ਵਸੈ ਜਿਸ ਨਾਲੇ। ਪਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਹਰ ਕੀ ਭਗਤ ਸਦਾ ਰੰਗ ਰਾਤਾ, ਹਉ ਮੈਂ ਵਿੱਚੋਂ ਜਾਲੇ। ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਰਹਾ ਕਾਇਆ ਅੰਦਰ ਸਭ ਕਿਛ ਵਸੈ, ਖੰਡ ਮੰਡਲ ਪਾਤਾਲਾ। ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਿਪਾਲਾ। ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ। ਕਾਇਆ ਅੰਦਰ ਆਪੇ ਵਸੈ, ਅਲਖ ਨ ਲਖਿਆ ਜਾਈ। ਮਨਮੁਖ ਮੁਗਧ ਬੂਝੈ ਨਾਹੀ, ਬਾਹਰ ਭਾਲਣ ਜਾਈ। ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲਖ ਦਿੱਤਾ ਲਖਾਈ। ਕਾਇਆ ਅੰਦਰ ਰਤਨ ਪਦਾਰਥ, ਭਗਤ ਭਰੇ ਭੰਡਾਰਾ। ਇਸ ਕਾਇਆ ਅੰਦਰ ਨੌਖੰਡ ਪ੍ਰਿਥਵੀ, ਹਾਟ ਪਟਨ ਬਾਜਾਰਾ। ਇਸ ਕਾਇਆ ਅੰਦਰ ਨਾਮ ਨੌ ਨਿਤ ਪਾਈਐ, ਗੁਰ ਕੈ ਸ਼ਬਦ ਵਿਚਾਰਾ। ਕਾਇਆ ਅੰਦਰ ਤੋਲ ਤੁਲਾਵੈ, ਆਪੇ ਤੋਲਣ ਹਾਰਾ। ਇਹ ਮਨ ਰਤਨ ਜਵਾਹਰ ਮਾਣਿਕ, ਤਿਸ ਕਾ ਮੋਲ ਅਫਾਰਾ। ਮੋਲ ਕਿਤ ਹੀ ਨਾਮ ਪਾਈਐ, ਨਾਹੀ ਨਾਮ ਪਾਈਐ ਗੁਰ ਵਿਚਾਰਾ। ਗੁਰਮੁਖ ਹੋਵੈ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਜਿਸਨੋ ਦੇ ਸੋਈ ਜਨ ਪਾਵੈ, ਹੋਰ ਕਿਆ ਕੋ ਕਰੇ ਚਤੁਰਾਈ। ਕਾਇਆ ਅੰਦਰ ਭਉ ਭਉ ਵਸੈ, ਗੁਰ ਪ੍ਰਸਾਦੀ ਪਾਈ। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਸਭ ਓਪਤ ਜਿਤ ਸੰਸਾਰਾ। ਸੱਚੈ ਆਪਣਾ ਖੇਲ ਰਚਾਇਆ, ਆਵਾ ਗੌਣ ਪਸਾਰਾ। ਪੂਰੇ ਸਤਿਗੁਰ ਆਪ ਦਿਖਾਇਆ, ਸਚ ਨਾਮ ਨਿਸਤਾਰਾ। ਸਾ ਕਾਇਆ ਜੋ ਸਤਿਗੁਰੂ ਸਤਿਗੁਰ ਸੇਵੈ, ਸੱਚੈ ਆਪ ਸਵਾਰੀ। ਵਿਣ ਨਾਵੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ। ਨਾਨਕ ਸੱਚ ਵਡਿਆਈ ਪਾਏ, ਜਿਸਨੋ ਹਰ ਕਿਰਪਾ ਧਾਰੀ। ਵਿਣ ਨਾਵੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ। ਨਾਨਕ ਸੱਚ ਵਡਿਆਈ ਪਾਏ,
ਜਿਸਨੋ ਹਰ ਕਿਰਪਾ ਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰਦੇਵ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼। ਸੰਧਿਆ ਸਮੇਂ ਅਸੀਂ ਕੁਝ ਸਰੀਰ ਗੁਰੂ ਦਰਬਾਰ ਦੀ ਸੁਧ ਪ੍ਰਾਪਤ ਕਰ ਰਹੇ ਹਾਂ। ਨਾਲ ਹੀ ਦੂਰ ਦਰਾਜ਼ ਘਰਾਂ ਥਾਵਾਂ 'ਤੇ ਟੈਲੀਵਿਜ਼ਨ ਰਾਹੀਂ ਜਾਂ ਹੋਰ ਮਾਧਿਅਮ ਸੋਸ਼ਲ ਮੀਡੀਆ ਆਦਿ ਰਾਹੀਂ ਗੁਰਸ਼ਬਦ ਨਾਲ ਸਾਂਝ ਪਾ ਰਹੇ ਦਰਸ਼ਕ ਸਾਹਿਬਾਨ ਜੀ, ਇਹ ਸਮਾਂ ਗੁਰਬਾਣੀ ਵਿਚਾਰ ਦਾ ਹੈ। ਸੂਹੀ ਰਾਗ ਦੇ ਬਚਨ ਅਸੀਂ ਵਿਚਾਰ ਰਹੇ ਹਾਂ। ਅਸ਼ਟਪਦਿਆਂ ਦੇ ਸੰਦੇਸ਼ ਸਾਨੂੰ ਪ੍ਰਾਪਤ ਨੇ। ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਉਚਰਿਤ ਕੀਤਾ ਗਿਆ ਇਹ ਲਮੇਰਾ ਸ਼ਬਦ ਸਾਨੂੰ ਪ੍ਰਾਪਤ ਹੋਇਆ ਹੈ। ਬੀਤੇ 2 ਦਿਨ ਤੋਂ ਅਸੀਂ ਇਸ ਬਚਨ ਦੀ ਵਿਵੇਚਨਾ ਕਰ ਰਹੇ ਹਾਂ, ਖਾਸ ਕਰਕੇ ਮੁੱਖ ਸੁਨੇਹੇ ਦਾ ਪਦਾ ਤੇ ਉਪਰੰਤ ਬੀਤੇ ਕੱਲ 1 ਨੰਬਰ ਪਦਾ ਅਸੀਂ ਵਿਚਾਰਿਆ ਸੀ। ਅੱਜ ਯਤਨ ਕਰਾਂਗੇ 2 ਨੰਬਰ ਪਦੇ ਤੋਂ ਵਿਚਾਰ ਅੱਗੇ ਸੀ ਜਿੰਨੀ ਵੱਧ ਤੋਂ ਵੱਧ ਸਮੇਂ ਨੇ ਅਲਾਓ ਕੀਤਾ ਅਸੀਂ ਉਸ ਰੂਪ ਵਿੱਚ ਉਸ 17 ਪੰਕਤੀਆਂ ਪਦਿਆਂ ਨੂੰ ਵਿਚਾਰਾਂਗੇ। ਜੋ ਮੁੱਖ ਮੈਸੇਜ ਕੈਰੀ ਕਰ ਰਿਹਾ ਪਦਾ, ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਰਹਾਓ। ਵਾਹ ਵਾਹ ਪੂਰੇ ਗੁਰ ਕੀ ਬਾਣੀ। ਬਾਣੀ ਨੂੰ ਇਸ ਤਰ੍ਹਾਂ ਜਾਣੋ, ਇਸ ਕਾਈਂਡ ਆਫ ਏ ਸੀਡ। ਤੇ ਜਿਹੜਾ ਸਾਡਾ ਜੀਵਨ ਆ, ਇਟਸ ਏ ਕਾਈਂਡ ਆਫ ਐਨੀ ਫੀਲਡ ਔਰ ਐਨੀ ਕਾਈਂਡ ਆਫ ਯੂ ਕੈਨ ਸੇ ਜਿਹੜੀ ਸੋਲ ਹੁੰਦੀ ਹੈ, ਉਸ ਸੋਇਲ ਦੇ ਵਿੱਚ ਜਿਹੜੀ ਤੁਸੀਂ ਪਲਾਂਟਿੰਗ ਕਰੋਗੇ, ਜਿਹੜੀ ਤੁਸੀਂ ਸੋਇੰਗ ਕਰੋਗੇ ਉਸ ਰੂਪ ਦੇ ਅੰਦਰ, ਉਹੀ ਉਪਜ ਜਾਏਗੀ। ਜੇ ਬਾਣੀ ਚੰਗੀ, ਬੋਲ ਚੰਗੇ, ਉਪਦੇਸ਼ ਚੰਗੇ, ਬਚਨ ਚੰਗੇ ਜੀਵਨ ਦੇ ਵਿੱਚ ਆ ਜਾਣ ਤੇ ਜੀਵਨ ਦਾ ਬਦਲਣਾ ਤੈਅ ਹੈ। ਫਿਰ ਇਹ ਜੀਵਨ ਜਿਹੜਾ ਆ, ਇਹਦੀਆਂ ਕਿਤਨੀਆਂ ਪੋਸੀਬਿਲਿਟੀਜ਼ ਨੇ। ਹਾਊ ਮੈਨੀ ਪੋਸੀਬਿਲਿਟੀਜ਼ ਵੀ ਹੈਵ ਇਨ ਦਿਸ ਹਿਊਮਨ ਲਾਈਫ। According to Bani and according to actually even modern science, we cannot even imagine. ਇੱਥੇ ਗੁਰੂ ਸਾਹਿਬ ਇਸ ਸ਼ਬਦ ਦੇ 'ਚ ਕਾਇਆ ਦੇ ਜ਼ਰੀਏ ਕੀ ਕੁਛ ਬਿਆਨ ਕਰਨਗੇ, ਤਾਂ ਆਪ ਜੇ ਸ਼ਬਦ ਸੁਣੀ ਰਹੇ ਹੋ ਉਹਦੇ 'ਚ। ਪਰ ਇਹ ਹੋਏਗਾ ਕਿਵੇਂ? When we gonna perceive the right message, when we gonna manifest the right message, when we gonna execute the right message, then this kaya, this life, we can see coming at a different level. It is touching its possibilities. ਪਰ ਜੇ ਉੱਥੇ ਉਹ ਉਪਦੇਸ਼, ਉਹ ਬਚਨ, ਉਹ ਬੋਲ, ਉਹ ਸੰਦੇਸ਼, ਉਹ ਪਾਥ ਉਹੀ ਅਪੀਅਰ ਨਹੀਂ ਹੋ ਰਿਹਾ, ਉਹੀ ਐਕਚੁਅਲ ਲੈਵਲ 'ਤੇ ਜਿਹੜਾ ਹੈਗਾ ਕੋਈ ਅਕਰ ਨਹੀਂ ਕਰ ਪਾ ਰਿਹਾ, ਦੈਨ ਜਿਹੜੀ ਸਾਰੀ ਪੋਸੀਬਿਲਿਟੀ ਹੈਗੀ ਹੈ ਉਹ ਮਿੱਟੀ 'ਚ ਮਿਲ ਜਾਏਗੀ। ਇਸ ਲਈ ਗੁਰੂ ਬਾਬਾ ਜੀ ਨੇ ਜਦੋਂ ਸਤੁਤੀ ਕੀਤੀ ਹੈ ਤੇ ਪੂਰੇ ਗੁਰ ਦੀ ਬਾਣੀ ਦੀ ਸਤੁਤੀ ਕੀਤੀ ਹੈ। ਐਂਡ ਮਹਾਰਾਜ ਇਜ਼ glorifying or praising, then Maharaj is praising the message which is coming from ਪੂਰੇ ਗੁਰੂ। ਉਹਦੀਆਂ ਟੀਚਿੰਗਸ, ਉਹਦੇ ਉਪਦੇਸ਼ਾਂ ਦੀ ਗੱਲ ਹੋ ਰਹੀ ਹੈ। ਤੇ ਇੱਥੇ ਬਚਨ ਸੀਗਾ, ਵਾਹ ਵਾਹ ਪੂਰੇ ਗੁਰੂ ਕੀ ਬਾਣੀ। ਜਿਹੜੇ ਪੂਰੇ ਗੁਰੂ ਦਾ ਉਪਦੇਸ਼, ਬਚਨ, ਟੀਚਿੰਗਸ ਨੇ, that is beyond explanation, that is just wonderful. ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਤੇ ਇਹਦੇ 'ਚ ਇਹ ਐਬਿਲਿਟੀ, ਇਹ ਪੋਸੀਬਿਲਿਟੀ ਹੈ ਕਿ ਇਸ ਪੂਰੇ ਗੁਰ ਤੋਂ ਵਿੱਚੋਂ ਜੋ ਬਚਨ ਉਪਦੇਸ਼ ਉਪਜੇ ਨੇ, ਜੇ ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੋ ਤੇ ਤੁਹਾਨੂੰ ਅਲਟੀਮੇਟ ਰਿਐਲਿਟੀ, ਸਾਚ ਸਮਾਣੀ, ਸੱਚ ਤੱਕ ਸਮਾਣ ਵਾਸਤੇ, ਸੱਚਖੰਡ ਪਹੁੰਚਾਉਣ ਵਾਸਤੇ ਤੁਹਾਡੀ ਮਦਦ ਕਰਦੇ ਨੇ। ਰਹਾਉ ਦਾ ਪਦਾ ਸੀ। ਹੁਣ ਜੋ ਬਚਨ ਅਸੀਂ 2 ਨੰਬਰ ਪਦਾ 'ਚ ਵਿਚਾਰਨਾ ਪ੍ਰਾਰੰਭ ਕਰਨਾ ਸੀਗਾ,
सब जिक्र कर रहे ने काया अंदर सब किछ वसै खंड मंडल पाताला। काया अंदर सब किछ वसै। अज असी साइंटिफिक जिहड़ा एरा हैगा, जिहड़ा इंडस्ट्रियलाइजेशन नाल शुरू होया सीगा, उस तो बाद लैबोरेटरिक ਅਸੀਂ ਇੱਕ दौर देखा, चीज़ां लैबोरेटरीज डिवेलप होनियां शुरू होईयां, दैन टूवर्ड द टैक्नोलॉजी, एंड नाउ वी आर एक्चुअली लिविंग इन काइंड ऑफ स्पेस एज। एक तरह के नाल एक पुलाड़ी दुनिया च पहुँच रहे हैं असी। इस सारे के बाबत जो ध्यान नाल देखोगे, जे आप सपोज कोई एक छोटी जी चीज़ लै लईए, बंदे दा आसमान विच उड़ना, जिवें असीं अज एरोप्लेन्स देखते हैं, सब चीज़ां, दुनिया एक बहुत छोटा जिहा पिंड बन गई। इत्थे कोविड-19 ने कुछ लोगों को विखाया ही रियलिटी। अदरवाइज मैं तो पिछले जे 3-4 सालों देख रहा सीगा कि हालत की बने पे सीगे। बंदा सवेरे इत्थों ब्रेकफास्ट करके चढ़दा सीगा, शाम का डिनर दिल्ली करदा सी जाके, अगले दिन दा सवेरे ब्रेकफास्ट करके चढ़ जाता सी, फिर डिनर इत्थे कर रहा सीगा। मतलब 12-14 घंटिया डायरैक्ट फ्लाइट्स ला रही सीगियां सब। दुनिया एक नवी दुनिया जिहड़ी फिजिकल डिस्टेंस से रह ही नहीं सी गया। जस्ट यू कॉल समवन एंड दैट समवन इज कमिंग टू सी यू जस्ट इन एक्चुअली कुछ पलों कुछ मिनटा घंटिया इस रूप के अंदर। जे सारे नूं देखा जाए तो आप वाइट ब्रदर्स की गल करते हैं, जिन्होंने इस एरोप्लेन नूं एक्चुअली रियलिटी कन्वर्ट किया, रियलिटी च लिया। तो आप देखोगे जिहड़ा उन्हां दा बनाया होया स्ट्रक्चर, हवा च उड्डिया, ये सब चीज़ां होईयां, ये बहुत बाद उन्हां दे हत्थां च बनिया, बहुत बाद च हवा च उड्डिया। पहलां तो उन्हां दे अंदर इस सुपने की तरह एक आया, थॉट की तरह। जदों अंदर एक थॉट की तरह एक ब्लू प्रिंट बन गया, फिर बाहर भी आ गया। जिहड़ा ये लैवल आ, बंदे दे अंदर ही सब कुछ पिया आ। इत्थे बचन आया है, काया अंदर सब किछ वसै खंड मंडल पाताला। जो कुछ भी असी देखते हैं तो मन्निया गया, जिवें लॉ ऑफ अट्रैक्शन की अमेरिका च गल की जाती हैगी है, इहनूं होर लैवल ते लै आईए। असी बचन पढ़ते हैं, जो मांगै ठाकुर अपने ते सोई सोई देवै, नानक दास मुख ते जो बोलै इहां उहां सच होवै। जो मंगांगे, जो मनसांगे, जो चाहांगे हो जाएगा। ये मदर नेचर ने पॉसिबिलिटी पाई है, इस ह्यूमन लाइफ के नाल है। तुसी जितने डीप लैवल ते उस थॉट दे नाल कनैक्ट होवोगे। चीज़ होर देखो, मॉडर्न साइंस आ जाओ, जो कुछ भी एग्जिस्ट करता आ, असल कहते दी एग्जिस्टेंस जिहड़ी है, ये साडे मन की दुनिया के नाल ही रिलेट करती है। जिवें तुसी सोचना शुरू कर देंदे हो, जिवें तुसी किसी चीज़ बारे कल्पना शुरू कर देंदे हो, उहदी इमेजिनेशन करनी शुरू कर दे हो, ड्रीमिंग शुरू कर देंदे हो, चीज़ां उस लेयर दे च होनियां शुरू हो जांदियां। ये एक बड़ा तलक सच, वड्डा सच आ, जिन्हों गुरु साहब ने वार वार समझाया, दसिया। वो बंदे तेनों खुद नहीं पता तू किड्डी वड्डी समर्था शक्ति लैके तुरया फिरदा है। जे इस चीज़ नूं हुणे ते पापा बहुत हायर लैवल की गल की, नहीं तो अदरवाइज गल किन्नी किया। जे आप एरोप्लेन की गल की है तो जिहड़ा एविएशन सिस्टम आ, मतलब कोई चीज़ इतनी स्पीड ते जावे, इस किस्म के हवा नूं सक कर लवे, तो उन्होंने हवा जे किते उन्होंने सक करके पिछे सट देवे, तो हवा उन्होंने अपनी तरह अपनी गोद चुक लेगी, तश्तरी की तरह। बहुत सिंपल विच अज ते फार्मूला समझ आ जाता है। पर यह जिहड़ी पॉसिबिलिटी सीगी, ये किसी के अंदर पहला वरती, जीव उस रूप दे फिर उस रूप दे उजागर होई। फिर कला यही नहीं, होर जिन्नी भी धरती के उत्ते असी जानकारी देखते हाँ, विजडम देखते हाँ, जितना असी ये सारा वर्क देखते हैं, सारे का सारा ये बंदे के अंदर पनपदा आ।
ਇਹਨੂੰ ਹੋਰ ਸਰਲ ਕਰ ਦੇਵਾਂ, ਕਿਉਂਕਿ ਅਗਰ ਅਦਰਵਾਈਜ਼ ਕਈ ਵਾਰ ਅਸੀਂ ਬੜੇ ਸੁਪਰਫਿਸ਼ੀਅਲ ਮੀਨਿੰਗਸ 'ਚ ਚਲੇ ਜਾਂਦੇ ਹਾਂ। ਕਾਇਆ ਅੰਦਰ ਖੰਡ, ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ। ਲੋਕ ਕਈ ਵਾਰੀ ਕਹਿੰਦੇ ਨੇ ਕਿ ਇਹਦੇ ਅੰਦਰ ਫਲਾਣਾ ਗ੍ਰਹਿ ਵਸਦਾ ਆ, ਫਲਾਣਾ ਵਸਦਾ ਆ, ਇਸ ਕਿਸਮ ਦੇ ਨਾਲ ਜਿਵੇਂ ਯੋਗਿਕ ਕਿਰਿਆਵਾਂ ਦੇ ਮਕੈਨਿਜ਼ਮ ਵਿੱਚ ਚਲੇ ਗਏ ਲੋਕ ਉਸ ਢੰਗ ਦੇ ਨਾਲ। ਅਤੇ ਇਹ ਇੱਕ ਐਸੀ ਦੁਨੀਆ ਆਪਣੇ ਆਪ ਦੇ, ਜਿਵੇਂ ਮੈਂ ਕਿਹਾ ਦੁਨੀਆ ਬਣਾ ਲਓ ਤੁਸੀਂ ਜਿਵੇਂ ਦੀ ਚਾਹੋ, ਤਾਂ ਉਸ ਦੁਨੀਆ ਦੇ 'ਚ ਫਿਰ ਗਵਾਚ ਜਾਓ। ਗੁਰਬਾਣੀ ਨੇ ਜੋ ਸਾਨੂੰ ਦੱਸਿਆ ਆ, ਇਹਨੂੰ ਤੁਸੀਂ ਐਗਜ਼ੀਕਿਊਟ ਕਰਨਾ ਹੈ, ਇਹਨੂੰ ਤੁਸੀਂ ਅਪਲਾਈ ਕਰਨਾ ਹੈ, ਅਤੇ ਫਿਰ ਅਪਲਾਈ ਕਰਕੇ ਤੁਸੀਂ ਇਹਦਾ ਰਿਜ਼ਲਟ ਸੰਸਾਰ ਵਿੱਚ ਦੇਖਣਾ ਹੈ। ਬਿਲਕੁਲ ਇਹ ਜਿਵੇਂ ਸਾਇੰਟੀਫਿਕ ਸਾਈਡ ਤੋਂ ਚੀਜ਼ਾਂ ਆਉਂਦੀਆਂ ਨੇ, ਉਸੇ ਤਰੀਕੇ ਨਾਲ ਚੀਜ਼ਾਂ ਗੁਰਬਾਣੀ ਨੇ ਸਾਨੂੰ ਕੋਰਲੇਟ ਕਰਕੇ ਵਿਖਾਈਆਂ। ਹੁਣ ਜਿਵੇਂ ਮੈਂ ਸਰਲ ਭਾਵ ਵਿੱਚ ਬਿਆਨ ਕਰਾਂ ਬਾਤ, ਅਤੇ ਆਪ ਦੇਖੋਗੇ ਕਿ ਜੇਕਰ ਬੰਦਾ ਆਪਣੇ ਆਪ ਨੂੰ ਸੰਭਾਲ ਲਵੇ, ਸਹੀ ਤਰੀਕੇ ਨਾਲ ਸਮਝ ਲਵੇ, ਅਤੇ ਬਾਕੀ ਸਭ ਚੀਜ਼ਾਂ ਜਿਹੜੀਆਂ ਆਲੇ ਦੁਆਲੇ ਦੀਆਂ ਨੇ ਉਹ ਠੀਕ ਹੋ ਸਕਦੀਆਂ ਨੇ। ਸਾਡੇ ਆਮ ਜਿਹੜੇ ਮਨੁੱਖ ਰੂਪ ਆ ਅਸੀਂ, ਸਾਡੀ ਸਭ ਤੋਂ ਵੱਡੀ ਸਮੱਸਿਆ ਪਰਿਵਾਰ ਹੁੰਦੀ ਹੈ। ਪਰਿਵਾਰ ਦੇ 'ਚ ਝਗੜੇ, ਮੁਫਾਦ, ਲੜਾਈਆਂ ਇਹ ਹੁੰਦੀਆਂ ਨੇ। ਇਸ ਤੋਂ ਥੋੜ੍ਹਾ ਅੱਗੇ ਆ ਜਾਈਏ, ਸਮਾਜਿਕ ਤੌਰ 'ਤੇ ਸਾਡੀ ਸਮਾਜ ਦੀ ਬਣਤਰ ਹੁੰਦੀ ਹੈ। ਫਿਰ ਥੋੜ੍ਹਾ ਹੋਰ ਅੱਗੇ ਆ ਜਾਈਏ ਕੁਝ ਪੋਲੀਟੀਕਲ ਸਾਈਡਸ ਤੋਂ, ਅਤੇ ਕੁਝ ਇਕਨੋਮਿਕਲ ਸਾਈਡਸ ਤੋਂ। ਉਸ ਕਿਸਮ ਦੀਆਂ ਚੀਜ਼ਾਂ ਅਸੀਂ ਉਹਨਾਂ ਦੇ ਬਾਰੇ ਫਿਕਰਮੰਦ ਹੁੰਦੇ ਹਾਂ। ਮਹਾਰਾਜ ਦੀ ਬਾਣੀ ਨੇ ਕਿਹਾ ਜਦੋਂ ਖੰਡ ਮੰਡਲ ਪਾਤਾਲਾ ਸਭ ਕੁਛ ਇਸ ਕਾਇਆ ਨੂੰ ਅਹਿਸਾਸਦਿਆਂ ਹੋਇਆਂ ਇਹਦੇ ਅੰਦਰ ਅਸੀਂ ਜੇ ਅਸੀਂ ਉਸ ਲੈਵਲ 'ਤੇ ਦੇਖੀਏ ਤਾਂ ਅਸੀਂ ਹਰ ਚੀਜ਼ ਬਾਰੇ ਜਾਣਕਾਰੀ, ਹਰ ਚੀਜ਼ ਨੂੰ ਅਸੀਂ ਸਮਝ ਸਕਦੇ ਹਾਂ, ਹਰ ਚੀਜ਼ ਨੂੰ ਅਸੀਂ ਓਪਰੇਟ ਕਰ ਸਕਦੇ ਹਾਂ। ਅਤੇ ਫਿਰ ਆਹ ਚੀਜ਼ਾਂ ਕਿੰਨੀਆਂ ਕੁ ਵੱਡੀਆਂ ਨੇ, ਇਹ ਤਾਂ ਕੁਛ ਵੀ ਨਹੀਂ। ਇਹ ਬਾਤ ਕੀਤੀ ਜਾ ਰਹੀ ਹੈ, ਇਹਦੇ ਅੰਦਰ ਖੰਡ ਮੰਡਲ ਪਾਤਾਲਾ ਜਿਹੜਾ ਉਹ ਵਸ ਰਿਹਾ ਨਾ, ਉਹਨੂੰ ਗੁਰੂ ਬਾਬਾ ਜੀ ਕਹਿੰਦੇ ਕਿ ਇਹ ਯੂਨੀਵਰਸ ਤੇਰੇ ਤੋਂ ਬਾਹਰ ਨਹੀਂ ਗਾ। ਜੇ ਸਾਰਾ ਯੂਨੀਵਰਸ ਤੇਰੇ ਤੋਂ ਬਾਹਰ ਨਹੀਂ ਗਾ ਮਨੁੱਖ ਮਾਤਰ, ਅਤੇ ਫਿਰ ਆਹ ਚੀਜ਼ਾਂ ਦੇ ਸਾਹਮਣੇ ਹੌਸਲਾ ਕਿਉਂ ਹਾਰ ਜਾਂਦਾ, ਕਿਉਂ ਡਰ ਜਾਂਦਾ, ਕਿਉਂ ਘਬਰਾ ਜਾਂਦਾ? ਬੰਦੇ ਦਾ ਤਾਂ ਹਾਲਤ ਇਹ ਹੁੰਦੀ ਕਿ ਛੋਟੀ ਜਿਹੀ ਚੀਜ਼ ਕਿਤੇ ਸੱਜੇ ਖੱਬੇ ਹੋ ਜਾਏ, ਜਿਵੇਂ ਸਪੋਜ਼ ਮੈਂ ਇਹਨੂੰ ਐਗਜ਼ਾਮਪਲ ਰੂਪ ਵਿੱਚ ਕਰਾਂ ਕਿ ਸਿਹਤ ਦੇ ਲੈਵਲ 'ਤੇ ਬੰਦਾ ਬਲੱਡ ਪ੍ਰੈਸ਼ਰ ਹੀ ਮਾੜਾ ਜਿਹਾ ਜਿਹੜਾ ਫਲੈਕਚੁਏਟ ਕਰ ਜੇ ਉੱਤੇ ਥੱਲੇ, ਬੰਦੇ ਦੀ ਹਾਲਤ ਕੀ ਬਣ ਜਾਂਦੀ ਹੈ। ਬੰਦੇ ਨੂੰ ਕੋਈ ਜਿਵੇਂ ਅੱਜ ਦੀ ਕੋਵਿਡ-19 ਵਿੱਚੋਂ ਅਸੀਂ ਲੰਘ ਰਹੇ ਹੈਗੇ ਹਾਂ, ਲੋਕ ਥੋੜ੍ਹੇ ਡਰ ਤੋਂ ਬਾਹਰ ਨਿਕਲੇ ਨੇ, ਪਰ ਸੱਚਾਈ ਇਹ ਹੈ ਕਿ ਉਨੀ ਦੇਰ ਬਾਹਰ ਨਹੀਂ ਜਿੰਨੀ ਦੇਰ ਤੱਕ ਕੋਈ ਚੀਜ਼ ਸਟਰਾਈਕ ਨਹੀਂ ਕਰਦੀ। ਜੇ ਕਿਤੇ ਬੰਦੇ ਨੂੰ ਕੋਈ ਚੀਜ਼ ਸਟਰਾਈਕ ਕਰ ਜੇ ਇਸ ਤਰੀਕੇ ਦੇ ਨਾਲ, ਪੋਜ਼ੀਟਿਵ ਆ ਜਾਏ ਕੋਵਿਡ-19 ਦੇ ਵਿੱਚ, ਕਰੋਨਾ ਵਾਇਰਸ ਦੀ ਬਾਤ ਹੋ ਜਾਏ, ਅਤੇ ਹਾਲਤ ਕੀ ਬਣੇਗੀ? ਇੱਕਦਮ ਬੰਦਾ ਬਿਨਾਂ ਕਿਸੇ ਹੋਰ ਚੀਜ਼ ਤੋਂ ਲੱਗੇਗਾ ਕਿ ਬਸ ਗੇਮ ਓਵਰ ਹੋ ਗਈ। ਹਕੀਕਤ ਇਹ ਹੈ ਕਿ ਜਿਹੜਾ ਇਹਦੇ ਕੋਈ ਸਾਈਨ ਸਿੰਪਟਮਸ ਆਉਣਗੇ ਉਹਦੇ ਮੁਤਾਬਕ ਚੀਜ਼ਾਂ ਜਿਹੜੀਆਂ ਨੇ ਤੈਨੂੰ ਥੋੜ੍ਹਾ ਮੁਸ਼ਕਿਲ ਤਕਲੀਫ ਆਏਗੀ, ਪਰ ਐਂਡ ਆਫ ਦਾ ਡੇ ਤੇਰਾ ਪੂਰਾ ਸਿਸਟਮ ਵਰਕ ਕਰ ਰਿਹਾ, ਚੱਲ ਰਿਹਾ। ਇਹਦੇ ਉੱਤੇ ਫੋਕਸ ਕਰ, ਜਿਸ ਪਾਸੇ ਫੋਕਸ ਕਰੇਗਾ ਉਹੋ ਜਿਹਾ ਰਿਜ਼ਲਟ ਤੇਰੇ ਬਾਹਰ ਆਉਣਾ ਸ਼ੁਰੂ ਹੋ ਜਾਏਗਾ। ਇਹ ਕਿਹਾ ਜਾਂਦਾ ਹੈ ਬੰਦੇ ਦੀ ਜਿਸ ਵਕਤ ਈਵਨ ਫਿਜ਼ੀਕਲ ਡੈਥ ਵੀ ਹੁੰਦੀ ਹੈ, ਬੰਦੇ ਦੀ ਜਿਹੜੀ ਜੀਣ ਦੀ ਇੱਛਾ ਹੈ ਇਹ ਪਹਿਲਾਂ ਮਰਦੀ ਹੈ, ਸਰੀਰ ਬਾਅਦ 'ਚ ਮਰਦਾ ਹੈ। ਜਿਨ੍ਹਾਂ ਦੇ ਵਿੱਚ ਇੱਛਾ ਸ਼ਕਤੀ ਬਹੁਤ ਪ੍ਰਬਲ ਹੁੰਦੀ ਹੈ, ਜਿਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਕਿ ਯੈਸ ਵੀ ਕੈਨ ਰਿਵਾਈਵ, ਵੀ ਕੈਨ ਸਰਵਾਈਵ, ਵੀ ਕੈਨ ਕਮ, ਦੇ ਡੂ, ਉਸ ਲੈਵਲ 'ਤੇ ਉਹ ਆ ਜਾਂਦੇ ਉਸ ਤਰੀਕੇ ਦੇ ਨਾਲ। ਸੋ ਇਹੋ ਚੀਜ਼ ਬਾਣੀ ਨੇ ਵਾਰ-ਵਾਰ ਕਹੀ ਵੀ ਇਹ ਮਦਰ ਨੇਚਰ ਦਾ ਲਾਅ ਆ, ਅਤੇ ਇਸ ਲਾਅ ਨੂੰ ਸਮਝ। ਇਸ ਲਾਅ ਦੇ ਵਿੱਚ ਜਿੰਨੀ ਦੇਰ ਤੱਕ ਤੇਰੇ ਮਨ ਸ਼ਕਤੀ ਨੂੰ ਤੂੰ ਸਮਝ ਕੇ ਉਹਨੂੰ ਉਸ ਤਰੀਕੇ ਨਾਲ ਹੈਂਡਲ ਕਰ ਰਿਹਾ, ਅਕਾਲ ਪੁਰਖ ਵਾਹਿਗੁਰੂ ਤੇਰੇ ਅੰਗ ਸੰਗ ਹੈ। ਉਹ ਤੇਰੀ ਉਸ ਅਹਿਸਾਸ ਦੇ ਉੱਤੇ ਮਦਦ ਕਰ ਰਿਹਾ, ਤੇਰੇ ਅੰਗ ਸੰਗ ਉਸ ਰੂਪ ਵਿੱਚ ਚੱਲ ਰਿਹਾ ਹੈ। ਗੁਰੂ ਬਾਬਾ ਜੀ ਦੀ ਬਾਤ ਕਰਦੇ, ਗੁਰੂ ਕੀ ਉਪਦੇਸ਼, ਗੁਰੂ ਕੀ ਬਾਣੀ 'ਤੇ ਧਿਆਨ ਦੇ, ਗੁਰੂ ਕੇ ਸੰਦੇਸ਼ ਨੂੰ ਆਪਣੀ ਜ਼ਹਿਨ ਵਿੱਚ ਪਾ, ਅਤੇ ਫਿਰ ਅਹਿਸਾਸ ਕਰਕੇ ਚੱਲ ਕਿ ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ। ਕਾਇਆ ਅੰਦਰ ਜਗਜੀਵਨ ਦਾਤਾ, ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਇਸ ਕਾਇਆ ਦੇ ਅੰਦਰ ਬੈਠਾ ਹੈਗਾ ਆ। ਅੱਜ ਹੋਲਿਸਟਿਕ ਹੀਲਿੰਗ ਦੇ ਉੱਤੇ ਵੱਡੇ ਲੈਵਲ 'ਤੇ ਕੰਮ ਹੋ ਰਿਹਾ, ਫੰਡਿੰਗ ਹੋ ਰਹੀ ਹੈ ਗੌਰਮੈਂਟਸ ਦੁਆਰਾ, ਜਿਹਨੂੰ ਅਸੀਂ ਜਿਹੜਾ ਹੈਗਾ ਅਲਟਰਨੇਟਿਵ ਟਰੀਟਮੈਂਟ ਥੈਰੇਪੀ ਦੇ ਅੰਦਰ ਦੇਖ ਰਹੇ ਹਾਂ। ਇਹਦੇ ਬਾਬਤ ਇਹਨਾਂ ਦੇ ਵਿੱਚ ਜਿਵੇਂ ਐਨਰਜੀ ਹੀਲਰਸ ਹੈਗੇ ਨੇ, ਹੋਰ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਆ ਰਹੇ ਨੇ, ਮੈਡੀਟੇਸ਼ਨ ਦੇ ਉੱਤੇ, ਮਾਈਂਡਫੁਲਨੈਸ ਦੇ ਉੱਤੇ, ਥਾਟ ਫੋਕਸਿੰਗ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਵੱਡੇ ਲੈਵਲ 'ਤੇ ਕੰਮ ਹੋ ਰਿਹਾ ਹੈਗਾ। ਹੁਣ ਇਹ ਸਭ ਚੀਜ਼ਾਂ ਟਰੈਡੀਸ਼ਨਲ ਸਾਈਡ ਤੋਂ ਅਸੀਂ ਦੇਖੀਏ ਜੇ
ਤੇ ਜੇ ਗੁਰਮਤਿ ਦੇ ਸਕੂਲ ਵਾਲੇ ਪਾਸੇ ਤਾਂ ਅਸੀਂ ਬਾਤ ਕਰਦੇ ਹਾਂ, ਤੇ ਗੁਰਮਤਿ ਦੇ ਸਕੂਲ ਨੇ ਗੱਲ ਕਹੀ ਸੀਗੀ ਕਿ ਰੱਬ ਜਿਹੜਾ ਆ ਉਹ ਕਿਤੇ ਬਾਹਰ ਨਹੀਂ, ਕਿਉਂਕਿ ਸਾਨੂੰ ਕਿਸੇ ਮੂਰਤੀ ਦੇ ਵਿੱਚ, ਕਿਸੇ ਇਹਨੂੰ ਕਿਹਾ ਨਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਆ ਖਾਲਕ ਜਿਹੜਾ ਆ ਉਹ ਖਲਕਤ ਦੇ ਵਿੱਚ ਵਸਦਾ ਹੈ, ਤੇ ਜਿਹੜਾ ਖਲਕਤ ਦੇ ਵਿੱਚ ਵਸ ਰਿਹਾ ਹੈਗਾ ਉਹ ਬਾਬਾ ਕਬੀਰ ਜੀ ਨੇ ਜ਼ਿਕਰ ਕੀਤਾ, ਕਹਿੰਦੇ ਵੀ ਜਿਹੜਾ ਕਿਸੇ ਸ਼ਾਮ ਮੂਰਤ ਨਾ ਹੈ, ਕਿਸੇ ਖਾਸ ਸ਼ਾਮ ਦੀ ਮੂਰਤ, ਕਿਸੇ ਖਾਸ ਰੱਬ ਦੇ ਅਵਤਾਰੀ ਪੁਰਖ ਦੀ ਮੂਰਤ ਬਣਾ ਕੇ ਤੇ ਉਹਦੇ 'ਚ ਰੱਬ ਨਾ ਲੱਭੀ, ਉਹਦੇ 'ਚ ਰੱਬ ਨਹੀਂ ਹੈਗਾ। ਫਿਰ ਰੱਬ ਕਿੱਥੇ ਹੈ? ਗੁਰੂ ਨਾਨਕ ਸਾਹਿਬ ਦਾ ਅਸੀਂ ਆਰਤੀ ਦਾ ਸ਼ਬਦ ਰੋਜ਼ ਪੜ੍ਹਦੇ ਹਾਂ, ਸੋਹਿਲਾ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਵੀ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨੰਨਾ ਏਕ ਤੋਹੀ। ਤੇਰੀਆਂ ਹਜ਼ਾਰਾਂ ਹਜ਼ਾਰਾਂ ਅੱਖਾਂ ਨੇ, ਤੇਰੀ ਇੱਕ ਵੀ ਅੱਖ ਨਹੀਂ ਹੈਗੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਤੇਰੇ ਅਨੇਕਾਂ ਪਦ ਨੇ, ਤੇਰੇ ਇਤਨੇਕਾਂ ਪਹਿਚਾਨ ਦੇ ਚਿੰਨ੍ਹ ਨੇ, ਸਭ ਚੀਜ਼ਾਂ ਨੇ, ਪਰ ਦਾਤਾ ਇੱਕ ਵੀ ਤੇਰਾ ਚਿੰਨ੍ਹ ਨਹੀਂਗਾ। ਬਾਬਾ ਜੀ ਤੁਸੀਂ ਕਹਿ ਕੀ ਰਹੇ ਹੋ? ਤੇ ਮਹਾਰਾਜ ਕਹਿੰਦੇ ਮੈਂ ਕਹਿ ਇਹ ਰਿਹਾ ਕਿ ਸਭ ਮੈਂ ਜੋਤ ਜੋਤ ਹੈ ਸੋਏ, ਉਹ ਜੋਤ ਹੋ ਕੇ ਰਵਿਆ ਹੈ। ਮੀਨ ਵੀ ਆਰ ਆਲ ਸ਼ੇਅਰਿੰਗ ਦ ਸੇਮ ਡਿਵਾਈਨ ਲਾਈਟ। ਉਹ ਰੱਬ ਦੀ ਜਿਹੜੀ ਲੋ ਆ, ਹੁਣ ਉਹ ਲੋ ਅਸੀਂ ਸਾਰੇ ਸ਼ੇਅਰ ਕਰਦੇ ਹਾਂ, ਸਾਡੇ ਸਭ ਦੇ ਅੰਦਰ ਬੈਠੀ ਹੈ। ਆਪਣੇ ਅੰਦਰ ਨੂੰ ਪਹਿਚਾਨ, ਆਪਣੇ ਅੰਦਰ ਦੀ ਤਸਦੀਕੀਅਤ ਕਰ। ਕਰੇਗਾ ਕਿਵੇਂ? ਥਾਟਸ ਦੇ ਜ਼ਰੀਏ, ਬਾਣੀ ਦੇ ਜ਼ਰੀਏ, ਬਚਨਾਂ ਦੇ ਜ਼ਰੀਏ। ਜਿਵੇਂ ਸਪੋਜ਼ ਜੇ ਇਸ ਤਰੀਕੇ ਨਾਲ ਕਿਹਾ ਜਾਏ ਕਿ ਕਿੰਗ ਮਾਰਟਨ ਲੂਥਰ ਜਿਹੜਾ ਸੀਗਾ ਸੈਕਿੰਡ ਹੇਅਰ ਇਨ ਅਮਰੀਕਾ, ਜਦੋਂ ਉਹਨੇ ਸਲੇਵਰੀ ਦੇ ਖਿਲਾਫ ਬੜੀ ਵੱਡੀ ਮੁਹਿੰਮ ਚਲਾਈ ਸੀ ਤੇ ਉਹਨੇ ਅਮੈਰੀਕਨਸ ਨੂੰ ਇੰਪਾਵਰਮੈਂਟ ਦੀ ਗੱਲ ਕੀਤੀ ਸੀ। ਹਾਲਾਂਕਿ ਵੱਡਾ ਹਿੱਸਾ ਗੋਰਿਆਂ ਦਾ ਸੀਗਾ, ਤੇ ਜਿਹੜੇ ਗੋਰੇ ਸੀਗੇ ਤੇ ਉਹ ਮਤਲਬ ਜਿਹੜਾ ਬੰਦਾ ਕਿਸੇ ਇੱਕ ਸੁਪਰੀਮ ਅਥਾਰਟੀ ਦੇ ਤੌਰ 'ਤੇ ਐਕਸਰਸਾਈਜ਼ ਕਰ ਰਿਹਾ, ਉਹ ਕਿਉਂ ਛੱਡੇਗਾ? ਗੁਲਾਮ ਉਹਨਾਂ ਨੂੰ ਵੇਚਣ ਖਰੀਦਣ ਵਾਸਤੇ ਕਿਉਂ ਹਟਣਗੇ ਪਿੱਛੇ? ਉਹ ਕਿਉਂ ਉਹਨਾਂ ਨੂੰ ਵੋਟ ਦੇ ਰਾਈਟਸ ਦੇਣਗੇ? ਕਿਉਂ ਚੀਜ਼ਾਂ ਦੇਣਗੇ? ਪਰ ਉਹਨੇ ਐਕਚੁਅਲ ਲੈਵਲ 'ਤੇ ਬਾਤ ਕੀਤੀ ਕਿ ਅਸੀਂ ਸਾਰੇ ਮਨੁੱਖਾਂ ਨੇ, ਉਹਨੇ ਮਨੁੱਖਤਾ ਦਾ ਅਹਿਸਾਸ ਲਿਆਂਦਾ। ਮਨੁੱਖਾਂ ਨੇ ਅਸੀਂ ਇਸ ਧਰਤੀ ਨੂੰ, ਅਮਰੀਕਾ ਨੂੰ ਇੱਕ ਲੈਵਲ 'ਤੇ ਡਿਵੈਲਪ ਕੀਤਾ, ਇੱਕ ਸੁਸਾਇਟੀ ਨੂੰ, ਜਿਸ ਸੁਸਾਇਟੀ ਦੇ ਵਿੱਚ ਅਸੀਂ ਕਿਹਾ ਕਿ ਜਸਟਿਸ ਫॉर एवरीवन। ਕਿਉਂਕਿ ਜਿਹੜੀ ਲਿਬਰਟੀ ਸਟੈਚੂ ਆ ਉਹਦਾ ਮਤਲਬ ਇਹ ਹੈ ਕਿ ਸਭ ਵਾਸਤੇ ਇੱਕੋ ਜਿਹੀ ਆਜ਼ਾਦੀ, ਇੱਕੋ ਜਿਹਾ ਉਸ ਰੂਪ ਦੇ ਵਿੱਚ। ਅਤੇ ਇਹ ਕਿਵੇਂ ਹੋ ਸਕਦਾ ਹੈ ਕਿ ਸਾਡਾ ਜਿਹੜਾ ਅਸੀਂ ਲਿਬਰਟੀ ਦਾ, ਜਿਹੜਾ ਅਸੀਂ ਜਸਟਿਸ ਦਾ ਇੱਕ ਬੈਂਕ ਬਿਲਡ ਕੀਤਾ ਐਜ਼ ਏ ਕਮਿਊਨਿਟੀ ਅਮਰੀਕਨਸ, ਉਹਦੇ 'ਚ ਕੋਈ ਵੀ ਚੈੱਕ ਲੱਗੇ, ਉਹ ਚੈੱਕ ਕੈਸ਼ ਹੋਣਾ ਚਾਹੀਦਾ, ਬਾਉਂਸ ਨਹੀਂ ਹੋਣਾ ਚਾਹੀਦਾ। ਇਹ ਕਿਵੇਂ ਹੋ ਗਿਆ ਕਿ ਕੋਈ ਖਾਸ ਕਮਿਊਨਿਟੀ ਉਹਦੇ ਚੈੱਕ ਲਾਉਂਦੀ ਹੈ ਤੇ ਉਹਦਾ ਚੈੱਕ ਜਿਹੜਾ ਬਾਉਂਸ ਹੋ ਜਾਂਦਾ, ਬਾਕੀ ਸਾਰਿਆਂ ਦੇ ਕੈਸ਼? ਇਹਦਾ ਮਤਲਬ ਬੈਂਕ ਫਿਰ ਸਹੀ ਰੋਲ ਨਹੀਂ ਅਦਾ ਕਰ ਰਿਹਾ। ਲੋਕਾਂ ਨੂੰ ਇੰਪਾਵਰਮੈਂਟ ਦਿੱਤੀ, ਲੋਕਾਂ ਨੂੰ ਦਿਖਾਇਆ ਉਹ ਇੱਕੋ ਰੱਬ ਦੀਆਂ ਔਲਾਦਾਂ ਜੇ, ਉਹ ਸਾਂਝੇ ਤੌਰ 'ਤੇ ਅਸੀਂ ਧਰਤੀ ਸ਼ੇਅਰ ਕਰ ਰਹੇ ਹਾਂ। ਸਾਡੇ ਜਿਹੜੇ ਨੇ ਉਸ ਸਾਂਝ ਦੀ ਬਾਤ ਜਿਹੜੀ ਹੈ ਉਸ ਲੈਵਲ 'ਤੇ ਗੁਰੂ ਬਾਬਾ ਜੀ ਨੇ ਇਸ ਨੂੰ ਇੱਕ ਬਹੁਤ ਹਾਇਰ ਲੈਵਲ 'ਤੇ ਡਿਵਾਈਨ ਸਾਈਡ 'ਤੇ ਲੈ ਆਂਦਾ। ਜਦੋਂ ਡਿਵਾਈਨ ਲੈਵਲ 'ਤੇ ਲੈ ਆਂਦਾ ਤੇ ਮਹਾਰਾਜ ਨੇ ਕਿਹਾ ਉਹ ਜਗਜੀਵਨ ਦਾਤਾ ਸਾਡੇ ਸਾਰਿਆਂ ਦੇ ਨਾਲ ਹੈ, ਜਗਤ ਨੂੰ ਜੀਵਨ ਦੇਣ ਵਾਲਾ। ਜੇ ਸਭ ਦੇ ਨਾਲ ਹੈ ਤੇ ਫਿਰ ਘਬਰਾਉਣਾ ਕਿਉਂ ਹੈ, ਡਰਨਾ ਕਿਉਂ ਹੈ? ਡਰ, ਘਬਰਾਹਟ, ਇਹਦੇ ਨਾਲ ਜੀਵਨ ਨਹੀਂ ਚੱਲਦਾ, ਇਹਦੇ ਨਾਲ ਤੇ ਮੌਤ ਹੋ ਜਾਂਦੀ ਹੈ। ਡਰੇ ਹੋਏ ਲੋਕ ਮਰ ਜਾਂਦੇ ਨੇ, ਡਰੇ ਹੋਏ ਲੋਕ, ਘਬਰਾਏ ਹੋਏ ਲੋਕ ਜਿਹੜੇ ਨੇ ਉਹ ਜੀਵਨ ਦੇ ਲੈਵਲ ਤੋਂ ਥੱਲੇ ਡਿੱਗ ਜਾਂਦੇ ਨੇ। ਜਿਨ੍ਹਾਂ ਨੇ ਜੀਵਨ ਨੂੰ ਮੰਨਣਾ ਆ ਉਹ ਲੋਕ ਇਸ ਸਭ ਤੋਂ ਬਾਹਰ ਆ ਜਾਣ, ਡਰ ਤੋਂ ਬਾਹਰ ਆ ਜਾਣ, ਸਹਿਮ ਤੋਂ, ਹਰ ਚੀਜ਼ ਤੋਂ। ਮੁਸ਼ਕਿਲਾਂ ਡਰਾਉਂਦੀਆਂ, ਤਕਲੀਫਾਂ ਡਰਾਉਂਦੀਆਂ, ਬਿਮਾਰੀਆਂ ਡਰਾਉਂਦੀਆਂ, ਹਰ ਤਰ੍ਹਾਂ ਦੇ ਚੈਲੰਜਸ, ਵੰਗਾਰਾਂ ਡਰਾਉਂਦੀਆਂ। ਬੰਦਾ ਜਦੋਂ ਇਹ ਕਹਿੰਦਾ ਕਰਤਾਰ ਜਿਹਨੇ ਜੀਵਨ ਦਿੱਤਾ ਆ ਉਹਦਾ ਕੋਈ ਵੱਡਾ ਪ੍ਰੋਗਰਾਮ ਆ, ਘਬਰਾਉਣ ਦੀ ਲੋੜ ਨਹੀਂ ਹੈ। ਅਸੀਂ ਅੱਜ ਦੁਨੀਆ ਪੱਧਰ 'ਤੇ ਜੈਨੋਸਾਈਡਸ ਬਾਰੇ ਪੜ੍ਹਦੇ ਹੈਗੇ ਹਾਂ, ਅਤੇ ਜਦੋਂ ਤੁਸੀਂ ਸਿੱਖਾਂ ਦੇ ਬਾਰੇ ਪੜ੍ਹਦੇ ਹੋ ਸਿੱਖ ਤਵਾਰੀਖ ਦੇ ਵਿੱਚ, ਅਤੇ ਆਪ ਅੰਦਾਜ਼ਾ ਲਾਓ ਕਿਸੇ ਜਗ੍ਹਾ ਦੇ ਉੱਤੇ ਇੱਕ ਐਡੀ ਵੱਡੀ ਜਿਹੜੀ ਇੰਪਾਇਰ ਹੋਏ, ਐਡੀ ਵੱਡਾ ਸਮਰਾਜ ਹੋਏ, ਦੁਨੀਆ ਦਾ ਅਰਾਊਂਡ 40% GDP ਓਨ ਕਰਦੀ ਹੋਏ, ਐਡੀ ਵੱਡੀ ਤਾਕਤ ਕਿ ਜਿਹਦਾ ਮੁਕਾਬਲਾ ਹੀ ਕੋਈ ਨਹੀਂ ਕਰ ਸਕਦਾ, ਮੁਗਲ ਇੰਪਾਇਰ। ਉਸ ਮੁਗਲ ਇੰਪਾਇਰ ਦੇ ਸਾਹਮਣੇ ਇੱਕ ਬਹੁਤ ਛੋਟੀ ਜਿਹੀ ਗਿਣਤੀ ਗੁਰੂ ਵਰਸਾਏ, ਅਤੇ ਉਹ ਵੀ ਉਸ ਲੈਵਲ 'ਤੇ ਜਿਨ੍ਹਾਂ ਦੇ ਕੋਲ, ਜਿਵੇਂ ਜਦੋਂ ਨਾਦਰ ਸ਼ਾਹ ਦੁਰਾਨੀ ਪੁੱਛਦਾ ਲਾਹੌਰ ਦੇ ਗਵਰਨਰ ਨੂੰ ਕਿ ਮੈਂ ਬੜੀ ਵਾਰੀ ਭਾਰਤੀ ਖਿੱਤੇ 'ਚ ਆਇਆ, ਬੜੇ ਹਮਲੇ ਕੀਤੇ ਨੇ ਅਸੀਂ, ਬੜੀ ਵਾਰੀ ਮੈਂ ਹਮਰਕਾਬ ਰਿਹਾ ਕਈ ਲਟੇਰਿਆਂ ਦੇ ਨਾਲ, ਹਮਲਾਵਰਾਂ ਦੇ ਨਾਲ,
ਇਹ ਧਰਤੀ ਬੁਜ਼ਦਲਾਂ ਦੀ ਧਰਤੀ ਸੀ। ਇਸ ਧਰਤੀ ਤੋਂ ਅਸੀਂ ਹਜ਼ਾਰਾਂ ਹਜ਼ਾਰਾਂ ਗੁਲਾਮ ਲੜਕੇ ਲੜਕੀਆਂ ਬਣਾ ਕੇ ਲੁੱਟ ਕਰਕੇ ਸਭ ਲੈ ਜਾਂਦੇ ਸੀ। ਕਦੀ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਸਾਡੇ ਸਾਹਮਣੇ ਸਿਰ ਉੱਚਾ ਕਰਨ ਦੀ। ਆਹ ਨੀਲਿਆਂ ਬਾਣਿਆਂ ਵਾਲੇ, ਆਹ ਸਿਰਾਂ ਤੇ ਪੱਗਾਂ ਬੰਨ੍ਹਣ ਵਾਲੇ, ਇਹ ਕਿੱਥੋਂ ਆ ਗਏ? ਹੂ ਆਰ ਦੇ? ਇਹਨਾਂ ਤੇ ਬਹੁਤ ਦਰਿਆ ਜਮਨਾ ਤੋਂ ਲੈ ਕੇ ਲਾਹੌਰ ਤੱਕ ਆਉਂਦਿਆਂ ਤੱਕ ਮੈਨੂੰ ਤੇ ਨੱਕੀ ਚਣੇ ਚਬਾਤੇ ਨੇ। ਮੇਰੀ ਤੇ ਹਾਲਤ ਪੇਤਲੀ ਕਰਤੀ। ਮੇਰਾ ਤਾਂ ਸਾਰੇ ਗੁਲਾਮ ਛਡਾ ਲਏ ਨਾ। ਇਹ ਕਿਵੇਂ ਹੋ ਗਿਆ? ਇਹਨਾਂ ਬਾਰੇ ਮੈਨੂੰ ਪੂਰੀ ਇਨਵੈਸਟੀਗੇਸ਼ਨ ਚਾਹੀਦੀ। ਇਹਨਾਂ ਦੀ ਸਪੋਰਟ ਕੌਣ ਕਰ ਰਿਹਾ? ਕਿਉਂਕਿ ਕਰੀਬ ਕੋਈ 600 ਸਾਲ 700 ਸਾਲ ਦੇ ਵੱਧ ਸਮੇਂ ਦੇ ਨੇੜੇ ਇੱਥੇ ਮੁਗਲਿਆ ਸਲਤਨਤ ਰਹੀ ਹੈ। ਇੰਨੀ ਦੇਰ ਤੱਕ ਅਸੀਂ ਇੱਥੇ ਜਗੀਰਦਾਰੀ ਸਿਸਟਮ, ਆਪਣਾ ਫਿਊਡਲ ਸਿਸਟਮ ਸਟੈਬਲਿਸ਼ ਕੀਤਾ, ਨਵਾਬੀਆਂ ਸਟੈਬਲਿਸ਼ ਕੀਤੀਆਂ। ਸਾਰਾ ਕੁਝ ਤਾਂ ਸਾਡਾ ਆ। ਜ਼ਰੂਰ ਕੋਈ ਸਾਡਾ ਹੀ ਬੰਦਾ ਮਦਦ ਕਰ ਰਿਹਾ, ਕੋਈ ਵਿੱਚ ਨਵਾਬ, ਕੋਈ ਵਿੱਚ ਕਿਸੇ ਸਟੇਟ ਦਾ ਗਵਰਨਰ, ਕੁਛ ਨਾ ਕੁਛ ਹੈ। ਅਦਰਵਾਈਜ਼ ਇਹਨਾਂ ਦਾ ਹੌਸਲਾ ਕਿਵੇਂ ਪੈ ਸਕਦਾ ਜਦੋਂ ਸਾਰਾ ਸਟਰਕਚਰ ਹੀ ਅਸੀਂ ਬਿਲਡ ਕੀਤਾ ਸਾਰਾ ਇੱਥੇ। ਜਦੋਂ ਇਸ ਕਿਸਮ ਦੇ ਨਾਲ ਉਹਨੇ ਸਾਰੀ ਬਾਤ ਕੀਤੀ, ਤਾਂ ਉਹਨੇ ਫਿਰ ਇਨਕੁਆਇਰੀ ਸਾਰੀ ਕਰਵਾਈ। ਤਾਂ ਗਿਆਨੀ ਗਿਆਨ ਸਿੰਘ ਉਹਨਾਂ ਨੇ ਪੰਥ ਪ੍ਰਕਾਸ਼ ਬੜਾ ਕਮਾਲ ਦਾ ਲਿਖਿਆ ਉਹਦੇ ਬਾਬਤ। ਤਾਂ ਉਹ ਗਿਆਨੀ ਗਿਆਨ ਸਿੰਘ ਜੀ ਜਗ੍ਹਾ ਲਿਖਦੇ ਨੇ ਜ਼ਿਕਰ ਕਰਕੇ, ਤਾਂ ਉਹ ਕਹਿੰਦੇ ਨੇ ਕਿ ਗੱਲ ਇਹ ਹੈ ਕਿ ਉਹ ਰਿਪੋਰਟ ਦਿੰਦਾ, ਫਿਰ ਉਹ ਲਾਹੌਰ ਦਾ ਗਵਰਨਰ ਉਹਨੂੰ ਕਹਿੰਦਾ ਕਿ ਅਸੀਂ ਸਾਰਾ ਪਤਾ ਕੀਤਾ ਆ ਅਤੇ ਇਹਨਾਂ ਲੋਕਾਂ ਦੀ ਕੋਈ ਇਹੋ ਜਿਹੀ ਸਪੋਰਟ ਨਹੀਂ ਹੈ। ਇਹ ਹਕੀਕਤ ਇਹ ਹੈ ਕਿ ਇਹਨਾਂ ਦੇ ਕੋਲ ਕੁਛ ਵੀ ਨਹੀਂ। ਇਹਨਾਂ ਦੇ ਕੋਲ ਤੇ ਦਵਾ ਦਾਰੂ ਜੋਗੇ ਪੈਸੇ ਵੀ ਨਹੀਂ ਹੈਗੇ। ਇਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ, ਉਹ ਕਹਿੰਦਾ ਵੀ ਜਿਹੜੇ ਬਚਨ ਐਗਜ਼ੈਕਟਲੀ ਹੈਗੇ ਨੇ, ਉਹ ਕਹਿੰਦੇ ਨਹੀਂ ਜਖੀਰਨ ਸਿੰਘਨ ਪਾਸ, ਕੋਈ ਜ਼ਖੀਰੇ ਨਹੀਂ ਇਹਨਾਂ ਕੋਲ। ਅਸ਼ਤਰ ਬਸਤਰਹੀਨ ਸੋ ਖਾਸ, ਮਤਲਬ ਬਾਕੀ ਤੇ ਗੱਲਾਂ ਛੱਡੋ, ਇਹਨਾਂ ਦੇ ਕੋਲ ਤੇ ਸ਼ਾਸਤਰ ਤੇ ਕੀ ਹੋਣਗੇ ਚੰਗੇ, ਸ਼ਮਸ਼ੀਰਾਂ, ਤਲਵਾਰਾਂ, ਤੇਗੇ, ਬੰਦੂਕਾਂ ਤੇ ਹੋਰ ਚੀਜ਼ਾਂ। ਇਹਨਾਂ ਕੋਲ ਤੇ ਬਸਤਰ ਵੀ ਕੋਈ ਖਾਸ ਨਹੀਂ ਹੈਗੇ। ਕਿਤੇ ਖੱਡੀ ਦੇ ਬੁਣੇ ਹੋਏ ਇੱਧਰੋਂ ਉੱਧਰੋਂ ਜਿਹੜੇ ਕੱਪੜੇ, ਉਹ ਵੀ ਜੰਗਲਾਂ ਬੇਲਿਆਂ 'ਚ ਰਹਿੰਦੇ ਨੇ। ਇਸ ਕਿਸਮ ਦੇ ਨਾਲ ਜੀਵਨ ਐਸਾ ਹੈ। ਕਹਿੰਦੇ ਨਹੀਂ ਜਖੀਰਨ ਸਿੰਘਨ ਪਾਸ, ਅਸ਼ਤਰ ਸ਼ਸਤਰਹੀਨ ਸੋ ਖਾਸ। ਕਹਿੰਦੇ ਦਾਰੂ ਸਿੱਕਾ ਨਾ ਕਿਛ ਪਾਹੇ, ਰੋਗੀ ਔਖਦ ਬਿਨ ਮਰ ਜਾਹੇ। ਕਦੀ ਕਦੀ ਐਸਾ ਹੁੰਦਾ ਹੈ ਕਿ ਕੋਈ ਬਿਮਾਰ ਸ਼ਮਾਰ ਹੋ ਜਾਏ, ਸੱਟ ਫੇਟ ਲੱਗ ਜਾਏ, ਤੇ ਆਪਣੀ ਸੱਟ ਫੇਟ ਦੇ ਚੋਟ ਦਾ ਬਰਦਾਸ਼ਤ ਨਾ ਕਰਦੇ ਹੋਏ ਉਹ ਅਕਾਲ ਚਲਾਣਾ ਕਰ ਜਾਂਦਾ, ਉਹਦੀ ਮੌਤ ਹੋ ਜਾਂਦੀ ਹੈ। ਕਿਉਂਕਿ ਹਕੀਮ ਨੂੰ ਦੇਣ ਜੋਗੇ ਪੈਸੇ ਨਹੀਂ ਹੁੰਦੇ, ਦਵਾ ਦਾਰੂ ਜੋਗੇ ਪੈਸੇ ਨਹੀਂ ਹੁੰਦੇ। ਉਹ ਸਾਰੀ ਜਦੋਂ ਬਾਤ ਸੁਣਾ ਰਿਹਾ, ਤਾਂ ਫਿਰ ਜਿਹੜਾ ਦੁਰਾਨੀ ਹੈ ਉਹ ਕਹਿੰਦਾ ਹਾਊ ਕਮ ਵੀ ਇਹ ਆਖਰਕਾਰ ਕੁਝ ਤੇ ਬਾਤ ਹੋਏਗੀ। ਐਵੇਂ ਥੋੜ੍ਹਾ ਜਿਹੜਾ ਬੰਦਾ ਇੰਨਾ ਜ਼ਿਆਦਾ, ਮਤਲਬ ਜਿਹਦੇ ਕੋਲ ਕੁਛ ਵੀ ਨਹੀਂ ਸਰਵਾਈਵ ਕਰਨ ਵਾਸਤੇ, ਕੋਈ ਸੋਰਸ ਨਹੀਂ, ਕੁਛ ਨਹੀਂ, ਫਿਰ ਹੌਸਲਾ ਸਾਡੇ ਵਰਗੇ ਹੁਕਮਰਾਨਾਂ ਨੂੰ, ਜਿਨ੍ਹਾਂ ਕੋਲ ਏਡੇ ਏਡੇ ਵੱਡੇ ਅਮਲੇ, ਏਡੀਆਂ ਏਡੀਆਂ ਵੱਡੀਆਂ ਫੌਜਾਂ, ਉਹਨਾਂ ਦੇ ਸਾਹਮਣੇ ਮਤਲਬ ਕੋਈ ਉਸ ਜ਼ਰੂਰਤ ਨਹੀਂ ਕਰਦਾ ਉੱਚੀ ਬੋਲਣ ਦੀ, ਤੇ ਸਾਡੇ ਗਲ ਪੈਂਦੇ ਨੇ, ਆ ਕੇ ਸਾਨੂੰ ਹਰਾ ਦਿੰਦੇ ਨੇ। ਕੁਝ ਤੇ ਬਾਤ ਹੋਏਗੀ। ਉਹ ਫਿਰ ਅੱਗੇ ਜਾ ਕੇ ਰਿਪੋਰਟ ਜਿਹਦਾ ਕੰਡਕਟ ਜਿਸ ਤਰੀਕੇ ਨਾਲ ਉਹਨੂੰ ਕਨਕਲੂਡ ਕਰਦਾ, ਤਾਂ ਕਨਕਲੂਡ ਕਰਦਾ ਵੀ ਏਕ ਖਜ਼ਾਨਨ ਸਿੰਘਨ ਪਾਸ, ਇੱਕ ਖਜ਼ਾਨਾ ਇਹਨਾਂ ਕੋਲ ਹੈ। ਕੀ ਹੈ ਜੀ? ਗੁਰ ਬਚਨਨ ਕੀ ਇਨਕੋ ਆਸ। ਗੁਰੂ ਦੇ ਬਚਨ ਤੇ ਬੜਾ ਭਰੋਸਾ ਕਰਦੇ ਨੇ। ਜੋ ਗੁਰ ਕਹੈ ਸੋਈ ਪਲਮਾਨੋ, ਵਾਹ ਵਾਸ ਪੂਰੇ ਗੁਰ ਕੀ ਬਾਣੀ। ਗੁਰੂ ਦੇ ਬਚਨ ਨੂੰ ਕਹਿੰਦੇ ਬਸ ਗੁਰੂ ਅੰਗ ਸੰਗ ਹੈ, ਇੰਝ ਕਹਿ ਲਓ ਸਭ ਕੁਝ ਅੰਗ ਸੰਗ ਹੈ। ਜਗ ਜੀਵਨ ਜਿਹੜਾ ਆ ਨਾ, ਜੀਵਨ ਇੱਕ ਬੜੀ ਵੱਡੀ, ਇੱਕ ਮਦਰ ਨੇਚਰ ਦੀ ਇੱਕ ਬੜੀ ਵੱਡੀ ਬਖਸ਼ਿਸ਼ ਆ। ਤੁਸੀਂ ਦੇਖੋ, ਬੰਦਾ ਘਬਰਾ ਜਾਂਦਾ, ਬੰਦਾ ਕਹਿੰਦਾ ਮੇਰੀ ਕਿਸਮਤ ਨਹੀਂ ਸਾਥ ਦੇ ਰਹੀ, ਮੈਨੂੰ ਨਹੀਂ ਦੁਨੀਆ ਮੇਰੇ ਖਿਲਾਫ ਹੋ ਗਈ, ਫਲਾਂ ਮੇਰੇ ਖਿਲਾਫ ਹੋ ਗਿਆ। ਕਰਤਾਰ ਦੀ ਕੁਦਰਤ ਤੇਰੇ ਅੰਗ ਸੰਗ ਹੈ। ਇਹਦਾ ਪਤਾ ਕਿਵੇਂ ਲੱਗੇਗਾ? ਸਾਹ ਲੈ ਲੰਮਾ ਖਿੱਚ ਸਾਹ। ਜੇ ਫੇਫੜਿਆਂ 'ਚ ਸਾਹ ਜਾ ਕੇ ਖੂਨ ਨੂੰ ਅਜੇ ਵੀ ਜਿਹੜਾ ਆਕਸੀਜਨ ਦੇ ਰਿਹਾ ਹੈ, ਜਗਤ ਦਾ ਜੀਵਨ ਦੇ ਨਾਲ ਹੈ ਤੇਰੇ, ਜਿਹੜਾ ਸਭ ਨੂੰ ਜੀਵਨ ਦੇਣ ਵਾਲਾ ਤੇਰੇ ਅਜੇ ਵੀ ਨਾਲ ਹੈ। ਪਾਣੀ ਪੀਣਾ ਆ, ਪੀਤਾ ਹੋਇਆ ਪਾਣੀ ਸਰੀਰ ਨੂੰ ਆਕਸੀਜਨ ਦਿੰਦਾ, ਰਿਫਰੈਸ਼ਮੈਂਟ ਦਿੰਦਾ ਆ, ਜਗਤ ਦਾ ਜੀਵਨ ਤੇ ਨਾਲ ਹੈ ਤੇਰੇ। ਖਾਣਾ ਖਾਣਾ ਹੈ, ਹਜਮ ਹੁੰਦਾ, ਖੂਨ ਬਣਦਾ, ਵਾਟ ਐਲਸ ਡੂ ਯੂ ਵਾਂਟ? ਬਾਕੀ ਚੀਜ਼ਾਂ ਜਿਹੜੀਆਂ ਨੇ ਇਹ ਤੇ ਜੀਵਨ ਦੇ ਅਮਲ ਦੇ ਨਾਲ ਬਦਲਣਗੀਆਂ। ਹਾਂ, ਚੈਲੰਜਸ ਇਹ ਧਰਤੀ ਤੇ ਕਿਸ ਮਨੁੱਖ ਨੂੰ ਨਹੀਂ ਹੈਗੇ। ਜੀਵਨ ਨਾ ਹੀ ਸੰਘਰਸ਼ ਦਾ ਆ, ਇਹ ਹੈ ਜਿਸ ਜਗਤ ਜੀਵਨ। ਖੰਡ ਮੰਡਲ ਪਾਤਾਲਾ ਸਭ ਕਹਿੰਦੇ ਕੁਝ ਵੀ ਦੂਰ ਨਹੀਂ, ਤੇ ਹਕੀਕਤ ਹੈ ਜੇ ਤੂੰ ਪੂਰੀ ਤਰ੍ਹਾਂ ਭਰੋਸਾ ਕਰਕੇ ਚੱਲੇ ਨਾ, ਤੇ ਅਹਿਸਾਸ ਹੈ ਕਿ ਜਿਸ ਮਾਲਕ ਨੇ ਜੀਵਨ ਦਿੱਤਾ ਆ,
ਉਹ ਜੀਵਨ ਨੂੰ ਤੋਰਨ ਵਾਸਤੇ, ਚਲਾਉਣ ਵਾਸਤੇ એનર્ਜੀ, ਸ਼ਕਤੀ ਇਸੇ ਲਈ ਬਖਸ਼ ਰਿਹਾ ਆ ਕਿ ਮੈਂ ਇਹਨਾਂ ਮੁਸ਼ਕਿਲਾਂ ਨਾਲ ਸਿੱਝਣਾ ਆ, ਨਜਿੱਠਣਾ ਆ ਸਭ ਚੀਜ਼ਾਂ 'ਚ। ਇੱਕ ਮਿਸਾਲ ਹੋਰ ਦੇ ਦਿੰਦਾ ਇਹਦੇ ਨਾਲ, ਕਿਉਂਕਿ ਜਿਹੜੇ ਮੈਂ ਫਿਰ ਬੇਨਤੀ ਕਰਾਂ, ਕਈ ਵਾਰ ਅਸੀਂ ਇਹਨਾਂ ਦੀ ਬੜੀ ਸੁਪਰਫਿਸ਼ੀਅਲ ਅੰਡਰਸਟੈਂਡਿੰਗ ਜਾਣਦੇ ਹਾਂ। ਐਕਚੁਅਲ ਲੈਵਲ ਤੇ ਗੁਰੂ ਸਾਹਿਬ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਿਪਾਲਾ, ਸਭਨਾ ਕਰੇ ਪ੍ਰਤਿਪਾਲਾ। ਇੱਕ ਮਤਲਬ ਰੀਅਲ ਲਾਈਫ ਦੇ ਵਿੱਚੋਂ ਇੰਸੀਡੈਂਟ ਕੈਰੀ ਕੀਤਾ ਸੀਗਾ ਡਾਕਟਰ ਹਰਸ਼ਮਿੰਦਰ ਕੌਰ ਉਹਨਾਂ ਨੇ, ਪਟਿਆਲੇ ਵਾਲਿਆਂ ਨੇ, ਜਿਹੜੇ ਉਹ ਵਿਮਨ ਰਾਈਟਸ 'ਤੇ ਬੜਾ ਕੰਮ ਕਰਦੇ ਨੇ। ਉਹ ਕਹਿੰਦੇ ਕਿ ਰਾਜਸਥਾਨ ਦੇ ਕਿਸੇ ਪਿੰਡ ਦੀ, ਕਿਸੇ ਇਲਾਕੇ ਦੀ ਗੱਲ ਆ, ਅਤੇ ਉੱਥੇ ਔਰਤ ਆ, ਅਤੇ ਔਰਤ ਦੇ ਘਰ 1 2 ਅਤੇ 3 ਸ਼ਾਇਦ ਇੱਕ ਸੀਕੁਐਂਸ ਵਿੱਚ ਬੱਚੀਆਂ ਪੈਦਾ ਹੋ ਗਈਆਂ। ਹੁਣ ਚੌਥੇ ਬੱਚੇ ਦੀ ਫਿਰ ਆਮਦ ਦੇ ਅਸਰਾਰ ਬਣੇ। ਮੀਨ they were expecting one more baby, and that time family was totally actually they were hoping that this time we gonna get baby boy। ਬੱਚੇ ਦਾ ਜਨਮ ਹੋਇਆ, ਇਹ ਵੀ ਲੜਕੀ ਹੈ। ਹੋ ਹੁਣ ਤੇ ਬਸ ਇੰਤਹਾ ਹੋ ਗਈ ਨਾ, ਮਤਲਬ ਲਗਾਤਾਰ ਪਹਿਲੇ 3 ਬੱਚੀਆਂ ਨੇ ਤਾਂ ਆਲਰੇਡੀ। ਜਿਹੜਾ ਉਹਦਾ ਹਸਬੈਂਡ ਹੈਗਾ, ਮਤਲਬ ਬੱਚੀ ਦਾ ਪਿਤਾ, ਉਸ ਔਰਤ ਦਾ ਖਾਵੰਦ, ਉਹਨੂੰ ਕਹਿੰਦਾ ਕਿ ਨਾ ਨਾ ਇਹ ਨਹੀਂ ਚਾਹੀਦੀ, 3 ਆਲਰੇਡੀ, ਇੱਕ ਹੋਰ ਦਾ ਕਰਾਂਗੇ, ਨਬੇੜੋ ਕੰਮ ਇਹਦਾ, ਮਾਰੋ, ਆਪਾਂ ਕਿਉਂ ਰੇਸ ਕਰਾਂਗੇ ਇਹਨੂੰ, ਸਾਨੂੰ ਕੀ ਬੈਨੀਫਿਟ ਇਹਦੇ 'ਚ। ਖੈਰ, ਕਿਉਂਕਿ ਅਸੀਂ ਸੌਰੀ ਟੂ ਸੇ, ਮਤਲਬ ਦੁਨੀਆ ਮੈਂ ਕਿਹਾ ਜਿਹੋ ਜਿਹਾ ਵਿਚਾਰ ਅੰਦਰ ਆ ਜਾਏ, ਅਸੀਂ ਸੰਸਾਰ ਜਿਹੜਾ ਆ, ਅਸੀਂ ਇੱਕ ਹਰ ਚੀਜ਼ ਨੂੰ ਕਮੋਡਿਟੀ ਦੇ ਤੌਰ 'ਤੇ ਲੈ ਰਹੇ ਹਾਂ। ਇਨਵੈਸਟਮੈਂਟ, ਪ੍ਰੋਫਿਟ, ਲਾਸ, ਇਹਨਾਂ ਚੀਜ਼ਾਂ 'ਚ ਚੱਲਦਾ ਹੈ। ਹਾਲਾਂਕਿ ਲੌਂਗ ਰਨ ਵਿੱਚ ਦੇਖਿਆ ਜਾਏ ਤੇ ਔਲਾਦ ਨੂੰ ਜਿਹੜਾ ਆ ਇੱਕ ਆਪਣੀ ਕਮੋਡਿਟੀ ਦੇ ਤੌਰ ਤੇ ਜਿਹੜਾ ਸੋਚ ਕੇ ਫਿਰ ਭਾਰਤੀ ਖੇਤੇ ਤੋਂ ਸਾਊਥ ਏਸ਼ੀਅਨ, ਵੈਸੇ ਦੁਨੀਆ ਭਰ ਦੇ, ਪਰ ਉੱਥੇ ਖਾਸ ਕਰਕੇ ਲੜਕੇ 'ਚ ਇਨਵੈਸਟਮੈਂਟ ਉਹਨੂੰ ਲੱਗਦਾ ਵੀ ਇਹ ਜਿਹੜੀ ਹੈਗੀ ਇਹ ਜ਼ਿਆਦਾ ਕਾਰ ਕਰਿਆ, ਕਿ ਉਹ ਸਮਾਜ ਦੀਆਂ ਕੁਝ ਰਵਾਇਤਾਂ ਇਹੋ ਜਿਹੀਆਂ ਨੇ, ਸਭ ਚੀਜ਼ਾਂ ਨੇ। ਖੈਰ, ਮੈਂ ਜਿਹੜਾ ਹੈਗਾ ਟੂਕ ਮਾਤਰ ਬਾਤ ਕਰਾਂ। ਹੁਣ ਉਹ ਮਾਂ ਆ, ਕਿਵੇਂ ਮਾਰਦੇ, ਬੜਾ ਔਖਾ ਆ। ਸਿਆਲੀ ਦਿਨ ਸੀਗੇ, ਤੁਹਾਨੂੰ ਪਤਾ ਉੱਥੇ ਥੋੜ੍ਹਾ ਰੇਤਲਾ ਇਲਾਕਾ ਹੈ, ਠੰਡ ਬਹੁਤ ਜ਼ਿਆਦਾ, ਬਹੁਤ ਟੈਂਪਰੇਚਰ ਡਾਊਨ ਚਲਾ ਜਾਂਦਾ ਹੈ, ਬਹੁਤ ਪੋਹ ਦੀਆਂ ਕੁਝ ਰਾਤਾਂ ਹੋਣਗੀਆਂ। ਉਹਨੇ ਕਿਹਾ ਵੀ ਕੰਮ ਕਰਦੀ ਹਾਂ, ਹੋਰ ਤਾਂ ਕੁਛ ਨਹੀਂ ਹੋ ਸਕਦਾ, ਇਹਨੂੰ ਘਰ ਤੋਂ ਬਾਹਰ ਰੱਖ ਦੇਣੀ ਆ, ਠੰਡ 'ਚ, ਰਾਤ ਦਾ ਟਾਈਮ ਹੈ। ਬੱਚਾ ਕਿੱਥੇ ਸਰਵਾਈਵ ਕਰੇਗਾ ਇੰਨੀ ਠੰਡ ਦੇ ਵਿੱਚ। ਉਹਨੇ ਆਪਣੇ ਜਿਹੜਾ ਹੈਗਾ ਠੰਡੀ ਜਗ੍ਹਾ ਦੇ ਉੱਤੇ ਬਾਹਰ ਰੱਖ ਦਿੱਤਾ ਨਵਜਨਮੇ ਬੱਚੇ ਨੂੰ। ਹੁਣ ਸਾਰੀ ਰਾਤ ਮਾਂ ਵਿਚਾਰੀ ਕਿਤੇ ਰੋਂਦੀ ਰਹੀ ਹੋਏਗੀ, ਸਾਰਾ ਉਸ ਰੂਪ ਦੇ 'ਚ ਵੀ ਅਜੇ ਨਵਜਨਮਾ ਬੱਚਾ, ਪ੍ਰਾਣ ਨਿਕਲ ਗਏ ਹੋਣਗੇ, ਇਸ ਤਰ੍ਹਾਂ ਹੋਏਗਾ। ਜੋ ਦਿਨ ਚੜ੍ਹਿਆ ਤੇ ਉਹਨੇ ਕਿਹਾ ਕਿ ਚਲੋ ਹੁਣ ਮੈਂ ਚੱਕ ਲਿਆਉਂਦੀ ਹਾਂ ਅਤੇ ਕਹਿ ਦਿਆਂਗੀ ਕਿ ਇਹਦੀ ਮੌਤ ਹੋਈ। ਜਨਮ ਹੀ ਅਸਲ 'ਚ ਜਿਹੜਾ ਹੈਗਾ ਉਹ ਮੋਏ ਹੋਏ ਬੱਚੇ ਦਾ ਹੋਇਆ ਹੈਗਾ। ਆਈ ਜਸਟ ਐਕਚੁਅਲੀ ਡਿਲੀਵਰ ਡੈਡ ਬੇਬੀ। ਜਦੋਂ ਚੱਕਣ ਗਈ, ਬੱਚਾ ਜਿਉਂਦਾ ਆ, ਹੱਥ ਪੈਰਾਂ ਮਾਰ, ਅਜੇ ਵੀ ਹੱਥ ਪੈਰ ਮਾਰ ਰਿਹਾ ਹੈਗਾ, ਬਿਲਕੁਲ ਜਿਸਮ ਉਹਦਾ ਜਿਹੜਾ ਹੈਗਾ ਸਥਿਲ ਹੋ ਗਿਆ, ਪਰ ਜੀਵਨ ਹੈ। ਉਹਨੇ ਜਿਵੇਂ ਹੀ ਚੱਕਿਆ, ਮਾੜੀ ਜਿਹੀ ਗਰਮਾਇਸ਼ ਆਈ, ਬੱਚਾ ਰੋਣ ਲੱਗ ਗਿਆ। ਬੱਚਾ ਐਗਜ਼ੈਕਟਲੀ ਉਸੇ ਤਰੀਕੇ ਦੇ ਨਾਲ ਅੰਦਰ ਦੀ ਮਮਤਾ ਜਾ ਗਈ ਇੱਕਦਮ। ਉਹ ਕਹਿੰਦੀ ਐਨਫ ਇਜ਼ ਐਨਫ। ਆਪਣੇ ਬੰਦੇ ਨੂੰ ਆਵਾਜ਼ ਦੇ ਕੇ ਕਿਹਾ, ਉਹਨੇ ਕਿਹਾ ਤੂੰ, ਮੈਂ ਤੈਨੂੰ ਕਿਹਾ ਸੀਗਾ। ਉਹ ਕਹਿੰਦੀ ਹੁਣ ਗੱਲ ਸੁਣ ਮੇਰੀ, ਮੈਨੂੰ ਇਹ ਪਤਾ ਲੱਗਾ ਹੈ ਕਿ ਜੇ ਇਤਨੀ ਠੰਡੀ ਗਹਿਰੀ ਰਾਤ ਦੇ ਵਿੱਚ ਇਹ ਛੋਟੀ ਜਿਹੀ ਬੱਚੀ ਇਹ ਸਰਵਾਈਵ ਕਰ ਸਕਦੀ ਹੈ, ਮੈਂ ਤੇ ਪੂਰੀ ਔਰਤ ਹਾਂ। ਦਿਮਾਗ, ਸੁਰਤ, ਸਰੀਰ ਸਭ ਕੁਝ ਰੱਬ ਨੇ ਦਿੱਤਾ ਹੈ, ਨਰੋਇਆ। ਮੈਂ ਆਪਣਾ ਜੀਵਨ ਕਿਉਂ ਨਹੀਂ ਜਿਉ ਸਕਦੀ? ਨੋ, ਮੈਨੂੰ ਤੇਰੀ ਕੋਈ ਲੋੜ ਨਹੀਂ ਹੈ। ਆਈ ਵਿਲ ਟੇਕ ਕੇਅਰ ਆਫ ਥੀਸ ਕਿਡਸ। ਹੁਣ ਆਹ ਜਿਹੜੀ ਚੀਜ਼ ਆ, ਕਾਇਆ ਅੰਦਰ ਜਗਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਿਪਾਲਾ, ਇਹ ਰੂਪ ਬੰਦੇ ਨੂੰ ਸਮਝ ਆ ਜਾਏ, ਫਿਰ ਮੁਸ਼ਕਿਲਾਂ ਆਪ ਹੀ ਹਰ ਜਾਂਦੀਆਂ ਨੇ, ਵਿਪਤਾ ਛੋਟੀ ਹੋ ਜਾਂਦੀ ਹੈ। ਜਦੋਂ ਮੈਂ ਆ ਰਿਹਾ ਸੀਗਾ, ਸ਼ਬਦ ਗਾ ਰਹੇ ਸੀ, ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤਿਪਾਲੇ, ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਜਦੋਂ ਚਿੱਤ ਵਿੱਚ ਇਹ ਗੱਲ ਬਹੁਤ ਗਹਿਰੀ, ਇਹੀ ਸਿਮਰਨ ਹੈ ਸਾਰਾ, ਇਹੀ ਹੈ
वाह वाह पूरे गुर की बाणी। जो तुसीं इहो ਜਿਹੇ उपदेशों बचना बोलों एक बार अंदर उस लैवल ते परसीव कर लवो। महाराज जिक्र करते सबना करे प्रतिपाला। फिर है काया कामण सदा सुहेली। ये फिर काया रूपी कामण सदा सुहेली है। मदर नेचर के ला दे ताप संताप बुखार नज़ला जुकाम कदी मूड उच्चे कदी नीवें सब चीज़ां चलणगियां। ये मदर नेचर का ला आ। असीं इत्थे वड्डे वड्डे जिहड़ा हैगा पीर फकीर ते वड्डे वड्डे औलीए ते जिहड़ा हैगा उन्हां नूं भी देखदे हैगे आ। दानिशमंदां नूं गुरु पातशाह जी दे अपने समय च देखो तुसीं इत्थे सब चीज़ां नाल नाल चलदियां ने। पर काया कामण सदा सुहेली। किहड़ी काया सदा सुहेली है? जिस काया नूं चलाउण वाले थॉट जिहड़े ने बड़े पाक पवित्र ते सुच्चे ने, जिन्हां नूं एहसास है जीवन की सही रियलिटी का। तो उत्थे पूरे गुरु की बाणी दे बचने काया कामण सदा सुहेली गुरमुख नाम संभाला। गुरु अमरदास साहब कहते मैं गुरु वल मूँह करके नाम संभाला, मैं नाम की संभाल करा। ये 2 नंबर पदा अजे बाकी पद्यां विचार अजे बड़ी डीप होर जानी है, पर मैं छोटी जी विनती करके वाइंड अप कर देना वा। गुरु अमरदास साहब का संदेश है भारती खिते की जे शास्त्र जिहड़ा हैगा शास्त्रार्थिक पक्ष तो देखा जाए तो गुरु अमरदास साहब उम्र के उस पड़ाव के विच गुरु अंगद साहब कोल गए ने जिस पड़ाव के विच उन्होंने कहा जाता बाणप्रस्ती। तुसी सोसाइटी दे तुसी फैमिली दे तुसी किसी काम जोगे नहीं रह गए, जंगलवास करो जाके। गुरु अमरदास साहब उस समय दे विच एक नवा जीवन नव जीवन प्राप्त करते हैं। सतगुरु के जन्म है गवन मिटाया, एक नवा जीवन तो ऐसा जीवन प्राप्त करते बिल्कुल आनंद अवस्था। तो उस समय दे विच वक्त दे वड्डे तो वड्डे हुक्मरान अकबर वर्गा बादशाह जिहड़ा हैगा उन्हां दे आके पौंद बैठदा आ, उन्हां नूं आके सजदा पेश करदा आ। ये गुरु अमरदास साहब सानूं समझा रहे ने इस काया नूं कदी अंडरस्टीमेट इस जीवन नूं इस तरीके नाल ना कर। जो चीज़ इहदे च लीड करदी है वह है धार्मिक उपदेश संदेश बचन तुहाडा बिलीव तुहाडा थॉट वो सही रूप में परसीव करो, सही रूप में मैसेज लै। साहब रहमत करन इन्हां आलमी वाक़िआं चों सानूं चंगी प्रेरणा मिले, असीं गुरमतीए बन सकीए। इन्नियां क बिनतियां नाल खिमा भुलां गलतियां ना चितारिओ जी। सब प्रेम कहना जी। वाहिगुरू जी का खालसा वाहिगुरू जी की फतेह। वाहिगुरू जी।